ਸਾਡੇ ਵੱਡੇ ਜਨਵਰੀ ਤੇ ਜੁਲਾਈ ਨਹੀਂ ਆਖਦੇ ਸਨ, ਉਹ ਆਖਦੇ ਸਨ ਕਿ ਹਾੜ ਲੱਗ ਪਿਆ ਏ, ਸਾਵਣ ਚੜ ਗਿਆ ਏ। ਸਵਾਲ ਹੈ ਕਿ ਉਹ ਇਹ ਨਾਂ ਕਿਉਂ ਰੱਖਦੇ ਸਨ, ਕਿ ਇਹ ਸਿਰਫ ਮਹੀਨੇ ਸੀ ਜਾਂ ਫਿਰ ਸਦੀਆਂ ਦਾ ਮੁਸ਼ਾਹਿਦਾ ਸੀ। ਅਸਲ ਗੱਲ ਹੈ ਕਿ ਪੰਜਾਬੀ ਮਹੀਨੇ ਜਿਹੜੇ ਨੇ ਸਿਰਫ ਵਕਤ ਨਹੀਂ ਦੱਸਦੇ, ਇਹ ਕੁਦਰਤ ਤੋਂ ਪੜ੍ਹ ਕੇ ਬਣੇ ਨੇ। ਸਾਡੇ ਬਜ਼ੁਰਗਾਂ ਨੇ ਅਸਮਾਨ, ਬਾਰਿਸ਼, ਹਵਾਵਾਂ, ਫਸਲ, ਦਰਖਤਾਂ ਤੇ ਜ਼ਿੰਦਗੀ ਨੂੰ ਵੇਖਿਆ ਤੇ ਕੈਲੰਡਰ ਨੂੰ ਸਿਰਫ ਕਾਗਜ਼ ਉੱਤੇ ਨਹੀਂ ਲਿਖਿਆ ਗਿਆ ਬਲਕਿ ਜ਼ਮੀਨ ਉੱਤੇ ਲਿਖਿਆ ਗਿਆ। ਤੇ ਇਸ ਲਈ ਪਹਿਲਾ ਜਿਹੜਾ ਮਹੀਨਾ ਹੈ ਚੇਤ, ਜਾਂ ਨੂੰ ਚੇਤਰ ਵੀ ਕਹਿੰਦੇ ਨੇ, ਨਵੀਂ ਸ਼ੁਰੂਆਤ, ਬਹਾਰ ਦੀ ਪਹਿਲੀ ਆਹਟ। ਫਿਰ ਆਉਂਦਾ ਹੈ ਵਿਸਾਖ, ਫਸਲ ਕੱਟਦੀ ਏ, ਖੁਸ਼ਹਾਲੀ ਆਉਂਦੀ ਏ, ਇਸ ਲਈ ਵਿਸਾਖੀ ਵੀ ਐਸੇ ਮਹੀਨੇ ਵਿੱਚ ਮਨਾਈ ਜਾਂਦੀ ਹੈ। ਫਿਰ ਆਉਂਦਾ ਜੇਠ, ਜਿਹੜੀ ਗਰਮੀ ਹੈ ਉਹ ਆਪਣੇ ਜ਼ੋਰ ਉੱਤੇ ਹੁੰਦੀ ਹੈ। ਤੇ ਫਿਰ ਆਉਂਦਾ ਹਾੜ, ਤਪਸ਼ ਦਾ ਆਖਰੀ ਇਮਤਿਹਾਨ ਹੁੰਦਾ ਹੈ। ਫਿਰ ਆਉਂਦਾ ਸਾਵਣ, ਬਾਰਿਸ਼, ਮੁਹੱਬਤ, ਝੂਲੇ, ਟੱਪੇ ਤੇ ਬੋਲੀਆਂ ਸਾਰੀਆਂ ਸਾਵਣ ਵਿੱਚ ਆਉਂਦੀਆਂ ਨੇ। ਉਹਦੇ ਬਾਅਦੋਂ ਭਾਦਰੂ ਵੀ ਕਹਿੰਦੇ ਨੇ ਇਹਨੂੰ, ਕਿ ਬਰਸਾਤ ਦੀ ਜਿਹੜੀ ਭਰਪੂਰ ਰੁੱਤ ਹੁੰਦੀ ਹੈ ਨਾ, ਉਹ ਸਾਨੂੰ ਭਾਦੂ ਜਾਂ ਭਾਦਰੂ ਵਿੱਚ ਵੇਖਣ ਨੂੰ ਲੱਭਦੀ ਹੈ। ਫਿਰ ਆਉਂਦਾ ਅੱਸੂ, ਫਸਲ ਪੱਕਣ ਦੀ ਜਿਹੜੀ ਖੁਸ਼ਬੂ ਹੈ ਨਾ, ਅੱਸੂ ਵਿੱਚ ਸ਼ੁਰੂ ਹੁੰਦੀ ਹੈ। ਫਿਰ ਆਉਂਦਾ ਕੱਤੇ ਜਾਂ ਕੱਤਕ ਵੀ ਕਹਿੰਦੇ ਨੇ, ਹਵਾਵਾਂ ਠੰਡੀਆਂ ਹੋਣ ਲੱਗ ਪੈਂਦੀਆਂ ਨੇ। ਫਿਰ ਆਉਂਦਾ ਮੱਘਰ, ਧੁੰਦ ਤੇ ਸਰਦੀ ਦਾ ਆਗਾਜ਼ ਹੋ ਜਾਂਦਾ ਹੈ। ਫਿਰ ਨਾ ਪੋਹ ਆਉਂਦਾ, ਸਾਲ ਦੀ ਜਿਹੜੀ ਸਭ ਤੋਂ ਸਖਤ ਸਰਦੀ ਹੁੰਦੀ ਹੈ ਨਾ, ਉਹ ਪੋਹ ਵਿੱਚ ਆਉਂਦੀ ਹੈ। ਫਿਰ ਆਉਂਦਾ ਮਾਂ ਜਾਂ ਮਾਘ, ਠੰਡ ਦਾ ਆਖਰੀ ਜ਼ੋਰ। ਫਿਰ ਆਉਂਦਾ ਫੱਗਣ, ਯਾਨੀ ਬਹਾਰ ਦੀ ਵਾਪਸੀ, ਰੰਗ, ਖੁਸ਼ੀ ਤੇ ਨਵੀਂ ਜ਼ਿੰਦਗੀ। ਤੇ ਜ਼ਰਾ ਗੌਰ ਕਰੋ ਕਿ ਜਿਹੜੇ ਅੰਗਰੇਜ਼ੀ ਮਹੀਨੇ ਨੇ ਉਹ ਤਾਰੀਖ ਦੇ ਨਾਲ ਉਹਨਾਂ ਦੇ ਨਾਂ ਜੁੜੇ ਹੋਏ ਨੇ, ਪਰ ਪੰਜਾਬੀ ਮਹੀਨੇ ਇਹ ਵੀ ਦੱਸਦੇ ਨੇ ਕਿ ਜ਼ਮੀਨ ਕੀ ਕਰ ਰਹੀ ਹੈ, ਕਿਸਾਨ ਕੀ ਕਰ ਰਿਹਾ ਹੈ, ਤੇ ਮੌਸਮ ਕਿਹੜਾ ਹੈ, ਤੇ ਜ਼ਿੰਦਗੀ ਕਿਸ ਮੋੜ ਤੇ ਖਲੋਤੀ ਹੋਈ ਹੈ। ਇਹ ਸਿਰਫ ਕੈਲੰਡਰ ਨਹੀਂ, ਇਹ ਇੱਕ ਤਹਿਜ਼ੀਬ ਦੀ ਯਾਦਾਸ਼ਤ ਹੈ। ਤੇ ਸ਼ਾਇਦ ਅਸੀਂ ਪੰਜਾਬੀ ਜਿਹੜੇ ਮਹੀਨੇ ਨੇ ਸਿਰਫ ਉਹਨਾਂ ਨੂੰ ਨਹੀਂ ਭੁੱਲੇ, ਅਸੀਂ ਉਹ ਜਿਹੜਾ ਇੱਕ ਸਾਡਾ ਤਰੀਕਾ ਸੋਚ ਸੀ, ਅਸੀਂ ਪੰਜਾਬੀ ਕਿਸ ਹੱਦ ਤੱਕ ਨੇਚਰ ਨਾਲ ਜੁੜੇ ਹੋਏ ਸੀ, ਅਸੀਂ ਉਹ ਵੀ ਭੁੱਲ ਬੈਠੇ ਹਾਂ। ਤੇ ਸਾਨੂੰ ਸਾਰਿਆਂ ਨੂੰ ਇਹ ਰਿਵਾਈਵ ਕਰਨ ਦੀ ਜ਼ਰੂਰਤ ਹੈ ਕਿ ਜਿਹੜਾ ਪੰਜਾਬ ਹੈ ਉਹ ਨੇਚਰ ਦੇ ਬਹੁਤ ਕਰੀਬ ਹੈ, ਤੇ ਸਾਡੇ ਘਰਾਂ ਦੇ ਨਕਸ਼ੇ ਵੀ ਸ਼ਾਇਦ ਇਸ ਲਈ ਬਦਲ ਗਏ ਨੇ।